हाँ जी, गुरु प्यारी साध संगत जी, वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह जी। अकाल पुरख परमेश्वर ने फिर विद वाहिगुरु जी का खालसा कि सानू सारिਆਂ ਨੂੰ ਫਿਰ ਇੱਕ ਵਾਰ ਗੁਰਮਤ ਵਿਚਾਰਾਂ ਕਰਨ ਵਾਸਤੇ ਆਪਣੀ ਗੋਦ ਦੇ ਵਿੱਚ ਬਿਠਾਇਆ ਹੈਗਾ। ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਬੈਠ ਕੇ ਯਤਨ ਕਰ ਰਹੇ ਹਾਂ ਕਿ ਗੁਰ ਬਾਬੇ ਦੇ ਇਤਿਹਾਸ ਤੋਂ ਅਸੀਂ ਜਾਣੂ ਹੋ ਸਕੀਏ। ਸੋ ਗੁਰੂ ਸਵਾਰਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਸੰਬੰਧ ਵਿੱਚ ਅਸੀਂ ਵਿਚਾਰਾਂ ਸਰਵਣ ਕਰ ਰਹੇ ਸੀ। ਕੱਲ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਬੁੱਕ ਦੇ ਮੁਤਾਬਕ ਅਸੀਂ ਉਹਨਾਂ ਦੇ 2 ਚੈਪਟਰ ਤਕਰੀਬਨ ਪਹਿਲੇ ਪੜ੍ਹ ਲਏ ਨੇ। ਤੀਜਾ ਚੈਪਟਰ ਜੋ ਹੈ ਉਹਨੂੰ ਅਸੀਂ ਅੱਜ ਪੜ੍ਹਦੇ ਹਾਂ। ਇਸ ਦੇ ਵਿੱਚ ਕੀ ਖਾਸ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਕਾਲ ਦੇ ਵਿੱਚ। ਪਹਿਲਾ ਹੈਡਿੰਗ ਹੈ ਟਿਕਵਾਂ ਸਮਾਂ। ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਅਸੀਂ ਵੇਖ ਆਏ ਹਾਂ ਕਿ ਮਈ ਸਨ 1606 ਦੇ ਅਖੀਰਲੇ ਹਫ਼ਤੇ ਵਿੱਚ ਦੋਖੀਆਂ ਦੀਆਂ ਲਾਈਆਂ ਲੂਤੀਆਂ ਦੇ ਅਸਰ ਹੇਠ ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਤਸੱਈਏ ਦੇ ਕੇ ਮਾਰਨ ਦਾ ਹੁਕਮ ਜਾਰੀ ਕਰਕੇ ਆਪ ਉਸ ਵੇਲੇ ਸਿੰਧ ਨੂੰ ਚਲਾ ਗਿਆ ਸੀ। ਕੰਧਾਰ ਤੱਕ ਦਾ ਇਲਾਕਾ ਮੁਗਲ ਬਾਦਸ਼ਾਹ ਦੇ ਅਧੀਨ ਸੀ, ਪਰ ਅਕਬਰ ਦੀ ਮੌਤ ਦੇ ਪਿੱਛੋਂ ਈਰਾਨ ਦੇ ਬਾਦਸ਼ਾਹ ਨੇ ਕੰਧਾਰ ਵੱਲ ਛੇੜਖਾਨੀ ਸ਼ੁਰੂ ਕਰ ਦਿੱਤੀ। ਜਹਾਂਗੀਰ ਇਹ ਸੁਣ ਕੇ ਸਿੰਧ ਤੋਂ ਛੇਤੀ ਹੀ ਲਾਹੌਰ ਮੁੜ ਆਇਆ। ਇੱਥੋਂ ਵੀ ਤੁਰੰਤ ਹੀ 27 ਮਾਰਚ 1607 ਨੂੰ ਕਾਬਲ ਵੱਲ ਚਲਾ ਪਿਆ ਅਤੇ ਬੇਗਮਾਂ ਸਮੇਤ 4 ਜੂਨ ਨੂੰ ਕਾਬਲ ਅੱਪੜਿਆ। ਜਦੋਂ ਕੰਧਾਰ ਵਾਲੀ ਗੜਬੜ ਮੁੱਕ ਗਈ ਤਾਂ ਜਹਾਂਗੀਰ ਅਗਸਤ 1607 ਵਿੱਚ ਕਾਬਲੋਂ ਚੱਲ ਕੇ ਫਰਵਰੀ 1608 ਵਿੱਚ ਫਿਰ ਲਾਹੌਰੋਂ ਵਾਪਸ ਆ ਗਿਆ। ਇੱਥੇ ਕੁਝ ਦਿਨ ਠਹਿਰ ਕੇ ਉਹ ਆਗਰੇ ਨੂੰ ਰਵਾਨਾ ਹੋ ਗਿਆ, ਜਿੱਥੇ ਉਹ 22 ਮਾਰਚ 1608 ਨੂੰ ਜਾ ਪਹੁੰਚਿਆ ਹੈ। ਜਹਾਂਗੀਰ ਨੂੰ ਰਾਜਪੂਤਾਂ ਨੇ ਦੱਖਣ ਤੇ ਗੁਜਰਾਤ ਕਾਠੀਵਾੜ ਵਿੱਚ ਇਤਨੇ ਰਾਜਸੀ ਝਮੇਲੇ ਆ ਪਏ ਕਿ ਉਸ ਨੂੰ ਆਗਰਾ ਵੀ ਛੱਡ ਕੇ ਉੱਧਰ ਜਾਣਾ ਪਿਆ। ਕਈ ਸਾਲ ਉੱਧਰ ਰਹਿ ਕੇ ਉਹ ਸਨ 1619 ਵਿੱਚ ਆਗਰੇ ਵਾਪਸ ਆਇਆ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਕਈ ਸਾਲਾਂ ਦਾ ਇਹ ਟਿਕਵਾਂ ਸਮਾਂ ਮਿਲ ਗਿਆ। ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਪਿੱਛੋਂ ਸਿੱਖਾਂ ਵੱਲ ਭਲੀ ਨੀਤੀ ਹੀ ਵਰਤੀ। ਇਸੇ ਵਾਸਤੇ ਪੰਜਾਬ ਦੇ ਕਿਸੇ ਹਾਕਮ ਨੇ ਵੀ ਸਿੱਖਾਂ ਵੱਲ ਬੀਰਬਲ ਸੂਲੀ ਖਾਂ ਵਾਲਾ ਹੋਛਾ ਰਵੱਈਆ ਨਾ ਵਰਤਿਆ। ਇਸ ਤੋਂ ਭਾਵ ਤੁਸੀਂ ਸਮਝ ਗਏ ਹੋਵੋਗੇ ਕਿ ਬੀਰਬਲ ਵੀ ਜਿਹੜਾ ਹੈ ਉਹ ਚੜ੍ਹਾਈ ਕਰਕੇ ਆ ਰਿਹਾ ਸੀਗਾ, ਚਾਲਾਂ ਚੱਲਦਾ ਰਹਿੰਦਾ ਸੀ ਜਦ ਤੱਕ ਉਹਦੀ ਮੌਤ ਨਹੀਂ ਹੋਈ। ਪਿੱਛੇ ਅਸੀਂ ਵਿਚਾਰਿਆ ਸੂਲੀ ਖਾਂ ਬਾਰੇ ਵੀ ਸਾਨੂੰ ਪਤਾ ਹੀ ਹੈ ਕਿ ਇਹ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਚੜ੍ਹ ਕੇ ਆਇਆ ਗੁਰੂ ਘਰ ਦੇ ਉੱਤੇ। ਸੋ ਇਹਨਾਂ ਤੋਂ ਬਾਅਦ ਕਿਸੇ ਨੇ ਇਹ ਹਿਆ ਨਾ ਕੀਤਾ, ਕਿਉਂਕਿ ਸੂਲੀ ਦਾ ਤੇ ਆਪਣਾ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸੂਲੀ ਹੋਏ ਮੂਆ ਨਾ ਪਾਕ, ਠੀਕ ਹੈ ਨਾ। ਗਰੀਬਾਂ ਉੱਪਰ ਜੇ ਖਿੰਚੈ ਦਾੜੀ ਪਾਰ ਬ੍ਰਹਮਸਾ ਅਗਨ ਮੈਂ ਸਾੜੀ। ਜਿਹੜਾ ਗਰੀਬਾਂ ਦੇ ਉੱਤੇ ਅਤਿਆਚਾਰ ਕਰਦਾ ਹੈ ਨਾ, ਉਹਦਾ ਇਹੀ ਹਾਲ ਹੁੰਦਾ ਹੈਗਾ। ਸੋ ਤਪੇ ਦਿਲਾਂ ਲਈ ਉਦਮ, ਇਹ ਯਕੀਨ ਜਹਾਂਗੀਰ ਨੂੰ ਪਹਿਲਾਂ ਹੀ ਹੋ ਚੁੱਕਿਆ ਸੀ ਕਿ ਗੁਰੂ ਅਰਜਨ ਸਾਹਿਬ ਨੇ ਖੁਸਰੋ ਦੀ ਬਗਾਵਤ ਵਿੱਚ ਕੋਈ ਦਿਲਚਸਪੀ ਨਹੀਂ ਲਈ ਸੀ, ਪਰ ਕਈ ਰਸੂਖ ਵਾਲੇ ਦਰਬਾਰੀਆਂ ਦੀ ਪ੍ਰੇਰਨਾ ਹੇਠ ਉਸਨੇ ਉਹ ਅਤਿਆਚਾਰ ਕੀਤਾ ਸੀ। ਉਹਨਾਂ ਵਿੱਚ ਚੰਦੂ ਵੀ ਸ਼ਾਮਲ ਸੀ। ਚੰਦੂ ਨੇ ਹੀ ਆਪਣੇ ਸਾਹਮਣੇ ਸਾਰੇ ਤਸੱਈਏ ਸਤਿਗੁਰੂ ਜੀ ਨੂੰ ਦਿੱਤੇ ਸਨ। ਅਜੇ ਮਸਾਂ ਸਾਡੇ 7 ਸਾਲ ਹੀ ਬੀਤੇ ਸਨ ਜਦੋਂ ਸਨ 1597-98 ਵਿੱਚ ਲਾਹੌਰ ਨਿਵਾਸੀ ਲੋਕ ਭਿਆਨਕ ਕਾਲ ਦੇ ਪੈਦਾ ਕੀਤੇ ਮੌਸਮੀ ਤਾਪ ਅਤੇ ਚੇਚਕ ਦਾ ਸ਼ਿਕਾਰ ਹੋਏ ਸਨ। ਲਾਹੌਰ ਦੀਆਂ ਗਲੀਆਂ ਬਾਜ਼ਾਰ ਮੁਰਦਿਆਂ ਨਾਲ ਇਤਨੇ ਤਰਕੇ ਪਏ ਸਨ ਕਿ ਕੋਈ ਨੱਕ ਨਹੀਂ ਸੀ ਡਾਂਹਦਾ। ਗੁਰੂ ਅਰਜਨ ਦੇਵ ਜੀ ਆਪਣਾ ਸਿਰ ਤਲੀ ਉੱਤੇ ਰੱਖ ਕੇ ਆਪਣੇ ਇੱਕੋ ਇੱਕ ਪੁੱਤਰ ਦੀ ਬਾਲ ਜਿੰਦੜੀ ਨੂੰ ਖਤਰੇ ਵਿੱਚ ਪਾ ਕੇ 8 ਮਹੀਨੇ ਲਾਹੌਰ ਰਹੇ ਸਨ। ਗਲੀ ਗਲੀ ਘਰ ਘਰ ਅੱਪੜਦੇ ਸਨ ਤੇ ਭੁੱਖੇ ਮੁਰਦਿਆਂ ਲਈ ਰੋਟੀ ਦਾ ਅਤੇ ਰੋਗਗ੍ਰਸਤ ਗ੍ਰਸਤੀਆਂ ਨੂੰ ਦਾਰੂ ਦਰਮਲ ਦਿੰਦੇ ਸਨ।
ਲਾਹੌਰ ਨਿਵਾਸੀ ਕੀ ਹਿੰਦੂ ਤੇ ਕੀ ਮੁਸਲਮਾਨ ਸਤਿਗੁਰੂ ਜੀ ਦਾ ਇਹ ਉਪਕਾਰ ਭੁੱਲੇ ਨਹੀਂ ਸਨ। ਗੁਰੂ ਅਰਜਨ ਸਾਹਿਬ ਨੂੰ ਮਿਲ ਰਹੇ ਤਸੀਹਿਆਂ ਨੇ ਸਿੱਖਾਂ ਦੇ ਦਿਲਾਂ ਵਿੱਚ ਤਾਂ ਛੁਰੀ ਚਲਾਣੀ ਹੀ ਸੀ। ਹਿੰਦੂ ਮੁਸਲਮਾਨ ਵੀ ਤੜਫ ਉੱਠੇ ਸਨ। ਇਹ ਸਭ ਖਬਰਾਂ ਜਹਾਂਗੀਰ ਨੂੰ ਆਪਣੀਆਂ ਹੋਈਆਂ ਸਨ। ਉਸਨੇ ਲਾਹੌਰ ਨਿਵਾਸੀਆਂ ਦੇ ਤਪੇ ਦਿਲਾਂ ਨੂੰ ਠੰਡਾ ਵੀ ਕਰਨਾ ਸੀ। ਕਾਬਲੋਂ ਲਾਹੌਰ ਵਾਪਸ ਆ ਕੇ ਜਹਾਂਗੀਰ ਨੇ ਚੰਦੂ ਨੂੰ ਲਾਹੌਰ ਨਿਵਾਸੀਆਂ ਦੇ ਹਵਾਲੇ ਕਰ ਦਿੱਤਾ ਤੇ ਆਪ ਆਗਰੇ ਵੱਲ ਚਲਾ ਗਿਆ। ਲਾਹੌਰ ਨਿਵਾਸੀਆਂ ਦੇ ਦਿਲਾਂ ਤੋਂ ਚੰਦੂ ਦੀਆਂ ਹਿਰਦੇ ਵੇਦਕ ਕਰਤੂਤਾਂ ਦੀ ਯਾਦ ਅਜੇ ਭੁੱਲੀ ਨਹੀਂ ਸੀ। ਉਹਨਾਂ ਉਸ ਨੂੰ ਯੋਗ ਦੰਡ ਦਿੱਤੇ। ਜਿਸ ਪਟਿਆਰੇ ਨੂੰ ਮਜਬੂਰ ਕਰਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸਰੀਰ ਉੱਤੇ ਸੜਦੀ ਰੇਤ ਪਵਾਈ ਸੀ, ਉਸ ਨੂੰ ਵੀ ਅਜੇ ਉਹ ਸੱਲ ਭੁੱਲੇ ਨਹੀਂ ਸਨ। ਜਦੋਂ ਚੰਦੂ ਲਾਹੌਰ ਨਿਵਾਸੀਆਂ ਦੇ ਹੱਥ ਆਇਆ ਤਾਂ ਉਸ ਪਟਿਆਰੇ ਨੇ ਉਨੀ ਹੱਥੀਂ ਚੰਦੂ ਉੱਤੇ ਸੜਦੀ ਰੇਤ ਦੇ ਕੜਛੇ ਪਾ ਕੇ ਆਪਣੇ ਦਿਲ ਦੀ ਭੜਾਸ ਕੱਢੀ। ਉਹ ਰੇਤ ਦੇ ਕੜਛੇ ਹੀ ਚੰਦੂ ਦੀ ਮੌਤ ਦਾ ਕਾਰਨ ਬਣੇ। ਇਹ ਪਟਿਆਰੇ ਦਾ ਨਾਂ ਇੱਥੇ ਨਹੀਂ ਦਿੱਤਾ ਗਿਆ, ਪਰ ਇਤਿਹਾਸਕਾਰਾਂ ਨੇ ਇਹਦਾ ਨਾਂ ਗੁਰਦਿੱਤਾ ਲਿਖਿਆ ਹੋਇਆ ਹੈਗਾ। ਗੁਰਦਿੱਤਾ ਪਟਿਆਰਾ ਦਾ ਜ਼ਿਕਰ ਮਿਲਦਾ ਹੈਗਾ। ਇਸ ਤਰ੍ਹਾਂ ਚੰਦੂ ਦੀ ਜਿਹੜੀ ਮੌਤ ਹੈ ਉਹ ਹੋਈ ਹੈ। ਕਾਨ ਸਿੰਘ ਨਾਭਾ ਨੇ ਚੰਦੂ ਦੀ ਮੌਤ 1613 ਵਿੱਚ ਦੱਸੀ ਹੈ, ਪਰ ਜਹਾਂਗੀਰ ਸਨ 1608 ਵਿੱਚ ਲਾਹੌਰ ਤੋਂ ਵਾਪਸ ਜਾ ਕੇ ਬਹੁਤ ਸਮਾਂ ਗੁਜਰਾਤ, ਕਾਠੀਆਵਾੜ, ਰਾਜਪੂਤਾਨੇ ਵਿੱਚ ਰਿਹਾ ਹੈ। ਉਧਰੋਂ ਉਹ ਅਪ੍ਰੈਲ ਸਨ 1619 ਵਿੱਚ ਮੁੜ ਆਗਰੇ ਪਹੁੰਚਿਆ ਸੀ। ਸ਼ਰਾਬ ਬਹੁਤੀ ਪੀਣ ਕਰਕੇ ਉਸ ਨੂੰ ਉਸੇ ਸਾਲ ਦਮਾ ਹੋ ਗਿਆ। ਸੇਧ ਦੀ ਖਾਤਰ ਜਹਾਂਗੀਰ ਸਨ 1620 ਦੇ ਸ਼ੁਰੂ ਵਿੱਚ ਹੀ ਕਸ਼ਮੀਰ ਚਲਾ ਗਿਆ। ਉਦੋਂ ਵਾਪਸੀ ਤੇ 20 ਨਵੰਬਰ 1620 ਨੂੰ ਉਹ ਲਾਹੌਰ ਆਇਆ ਸੀ। ਸੋ ਚੰਦੂ ਨੂੰ ਸਜ਼ਾ ਮਿਲਣ ਦਾ ਠੀਕ ਸਾਲ 1608 ਹੀ ਜਾਪਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ 2 ਸਾਲ ਮਗਰੋਂ ਚੰਦੂ ਜਿਹੜਾ ਉਹਨੂੰ ਸਜ਼ਾ ਮਿਲੀ, ਉਹ ਮਰਿਆ ਜਦੋਂ ਜਹਾਂਗੀਰ ਕਾਬਲ ਤੋਂ ਵਾਪਸ ਆ ਕੇ ਲਾਹੌਰ ਠਹਿਰਿਆ ਸੀ। ਸੋ ਇਸ ਤਰ੍ਹਾਂ ਚੰਦੂ ਦਾ ਜਿਹੜਾ ਹੈ ਉਹ ਅੰਤ ਹੁੰਦਾ ਹੈ। ਕਈ ਐਸੇ ਬੰਦੇ ਵੀ ਮੌਜੂਦ ਸਨ ਜੋ ਅਜਿਹੀ ਖਿੰਜੋ ਤਾਣ ਨੂੰ ਪਸੰਦ ਨਹੀਂ ਕਰਦੇ, ਪਰ ਡਾਢੇ ਨੂੰ ਵਧੀਕੀ ਤੋਂ ਰੋਕਣ ਦਾ ਹੌਸਲਾ ਕਿਸੇ ਵਿਰਲੇ ਸੂਰਮੇ ਨੂੰ ਹੀ ਪੈ ਸਕਦਾ ਹੈ। ਗੁਰੂ ਨਾਨਕ ਜੀ ਦੀ ਤਾਲੀਮ ਵਿੱਚ ਇਹ ਇੱਕ ਅਤ ਜ਼ਰੂਰੀ ਅੰਗ ਹੈ ਕਿ ਗਰੀਬਾਂ ਦੀ ਬਾਂਹ ਫੜਨੀ ਧਰਮ ਦਾ ਕੰਮ ਹੈ। ਇਸ ਤਾਲੀਮ ਅਨੁਸਾਰ ਤੁਰਿਆਂ ਸੁੱਤੇ ਹੀ ਦੁਰਾਚਾਰੀਆਂ, ਅਤਿਆਚਾਰੀਆਂ ਅਤੇ ਜਰਵਾਣਿਆਂ ਨਾਲ ਮੱਥਾ ਲੱਗ ਜਾਂਦਾ ਹੈ। ਸੋ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਸ਼ਾਂਤ ਰਸ ਅਤੇ ਵੀਰ ਰਸ ਨਾਲੋਂ ਨਾਲ ਸਾਵੇਂ ਹੀ ਤੁਰੇ ਆ ਰਹੇ ਹਨ। ਕੱਲ ਕੋਈ ਪੁੱਛ ਰਿਹਾ ਸੀਗਾ ਕਿ ਸ਼ਸਤਰ ਅਤੇ ਸ਼ਾਸਤਰ, ਸ਼ਾਇਦ ਉਦੋਂ ਟਾਈਮ ਹੋ ਗਿਆ ਸੀ, ਕੱਟਿਆ ਗਿਆ ਸੀ। ਸ਼ਸਤਰ ਕਹਿੰਦੇ ਨੇ ਹਥਿਆਰ ਨੂੰ ਤੇ ਸ਼ਾਸਤਰ ਕਹਿੰਦੇ ਨੇ ਗੁਰਬਾਣੀ ਨੂੰ, ਪਠਨ ਪਾਠ ਨੂੰ, ਠੀਕ ਹੈ, ਵਿਦਿਆ ਨੂੰ। ਫਿਰ ਵੀ ਨਿਰਾ ਕੀਰਤਨ ਸਿਮਰਨ ਵੱਲ ਵਧੇਕ ਧਿਆਨ ਦੇਣ ਵਾਲੇ ਬੰਦੇ ਕਈ ਵਾਰ ਟਪਲਾ ਖਾ ਜਾਂਦੇ ਹਨ। ਉਹ ਸ਼ਾਂਤ ਰਸ ਅਤੇ ਵੀਰ ਰਸ ਨੂੰ ਵੱਖ-ਵੱਖ ਦਰਜਾ ਦੇ ਦਿੰਦੇ ਹਨ। ਗਰੀਬਾਂ ਦੀ ਬਾਂਹ ਫੜਨ ਵਾਲੇ ਸਿੱਖ ਧਰਮ ਦੀ ਵਿਰੋਧਤਾ ਇੱਥੋਂ ਤੱਕ ਆ ਪੜੀ ਕਿ ਇਸ ਨੂੰ ਮੁਕਾਮ ਦੇਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਲੱਗ ਪਏ ਅਤੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਵੀ ਕੀਤਾ ਗਿਆ। ਜੇ ਜਗਾਏ ਹੋਏ ਗਰੀਬਾਂ ਨੂੰ ਜਿਉਂਦੇ ਜਾਗਦੇ ਰੱਖਣਾ ਸੀ ਤਾਂ ਇਹ ਵੀ ਜ਼ਰੂਰੀ ਸੀ ਕਿ ਉਹਨਾਂ ਨੂੰ ਜਗਾਉਣ ਵਾਲੀ ਜਮਾਤ ਦੀ ਜਥੇਬੰਦੀ ਕਾਇਮ ਰਹੇ। ਗੁਰੂ ਹਰਗੋਬਿੰਦ ਸਾਹਿਬ ਨੇ ਉਗੜ ਕੇ ਸਿੱਖਾਂ ਨੂੰ ਵੀਰ ਰਸ ਵੱਲ ਉਚੇਚਿਤ ਪ੍ਰੇਰਨਾ ਕੀਤੀ। ਇਸ ਦਾ ਮੁੱਢ ਉਹਨਾਂ ਨੇ ਸਭ ਤੋਂ ਪਹਿਲਾਂ ਕੇਂਦਰੀ ਸਥਾਨ ਅੰਮ੍ਰਿਤਸਰ ਵਿੱਚ ਹੀ ਬੱਧਾ। 5-6 ਸਾਲ ਅੰਮ੍ਰਿਤਸਰ ਵਿੱਚ ਹੀ ਰਹਿ ਕੇ ਸ਼ਸਤਰ ਵਿਦਿਆ, ਸ਼ਿਕਾਰ, ਮਰਦਾਨਵੀਆਂ ਖੇਡਾਂ ਆਦਿਕ ਵੱਲ ਸਿੱਖਾਂ ਦੀ ਰੁਚੀ ਵਧਾਉਂਦੇ ਰਹੇ। ਗੁਰੂ ਨਾਨਕ ਦੇਵ ਜੀ ਦੇ ਦਿੱਤੇ ਵੀਰ ਰਸ ਵਿੱਚ ਪਹਿਲੀ ਸ਼ਰਤ ਇਹੀ ਹੈ ਕਿ ਕਿਸੇ ਨੂੰ ਦੁੱਖ ਦੇਣਾ ਜਾਂ ਕਿਸੇ ਦਾ ਨੁਕਸਾਨ ਕਰਨਾ ਜਾਂ ਕਿਤੇ ਰਿਹਾ ਕਿਸੇ ਨੂੰ ਫਿੱਕਾ ਬੋਲ ਵੀ ਨਹੀਂ ਬੋਲਣਾ। ਇਹ ਇੱਕ ਐਸਾ ਕਠਨ ਤਪ ਸੀ ਜੋ ਸਿੱਖ ਆਪਣੇ ਗੁਰੂਆਂ ਦੀ ਅਗਵਾਈ ਵਿੱਚ 5 ਪੀੜ੍ਹੀਆਂ ਤੋਂ ਸਾਧਦੇ ਆ ਰਹੇ ਸਨ। ਇਹੀ ਕਾਰਨ ਸੀ ਕਿ ਸਿੱਖਾਂ ਦਾ ਨਵਾਂ ਦਿਸਦਾ ਜੀਵਨ ਢੰਗ ਗੁਆਂਢੀਆਂ ਨੂੰ ਚੁਭਵਾਂ ਨਹੀਂ ਸੀ ਲੱਗਾ।
ਸ਼ਾਇਦ ਆਪ ਦੀ ਗੱਲ ਪਕੜ ਵਿੱਚ ਆ ਗਈ ਹੋਵੇ। ਵੀਰ ਰਸ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਵੀਰ ਰਸ ਦੀ ਨੀਂਹ ਰੱਖ ਦਿੱਤੀ ਹੈ। ਜਿਹੜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਇਹ ਗੱਲਾਂ ਤੇ ਵੀਰ ਰਸ ਦੀਆਂ। ਸੋ ਪਰ ਗੁਰੂ ਸਾਹਿਬ ਜੀ ਨੇ ਕਿਹਾ ਵੀਰ ਰਸ ਤੁਹਾਡੇ ਕੋਲ ਹੋਵੇ, ਪਰ ਤੁਹਾਡੇ ਕਿਸੇ ਬੋਲ ਨਾਲ ਕਿਸੇ ਦਾ ਦਿਲ ਨਾ ਦੁਖੇ। ਜਿਹਨੂੰ ਅੱਗੇ ਚੱਲ ਕੇ ਰਹਿਤ ਮਰਿਆਦਾ ਇਸ ਤਰ੍ਹਾਂ ਪੇਸ਼ ਕਰਦੀ ਹੈ ਕਿ ਖਾਲਸਾ ਸਾਰੇ ਧਰਮਾਂ ਤੋਂ ਨਿਆਰਾ ਰਹੇ, ਪਰ ਕਿਸੇ ਅਨਧਰਮੀ ਦਾ ਉਹ ਦਿਲ ਨਾ ਦੁਖਾਵੇ। ਸੋ ਅਸੀਂ ਪਿੱਛੇ ਇਹ ਵੀ ਵੇਖ ਆਏ ਹਾਂ ਕਿ 4 ਗੁਰ ਵਿਅਕਤੀਆਂ ਦੀ ਮਿਹਨਤ ਨਾਲ ਮਾਝੇ ਵਿੱਚ ਬ੍ਰਾਹਮਣ ਦੀ ਉੱਚ ਜਾਤੀ ਵਾਲਾ ਜੂਲਾ ਅਤੇ ਸਖੀ ਸਰਵਰ ਦਾ ਰਸੂਖ ਮੁੱਕ ਗਏ। ਗੁਰੂ ਅਰਜਨ ਸਾਹਿਬ ਨੇ ਬਿਆਸਾਂ ਤੋਂ ਪਾਰ ਲੰਘ ਕੇ ਦੁਆਬੇ ਵਿੱਚ ਵੀ ਪ੍ਰਚਾਰ ਸ਼ੁਰੂ ਕਰ ਦਿੱਤਾ ਸੀ ਅਤੇ ਕਰਤਾਰਪੁਰ ਨੂੰ ਨਵਾਂ ਪ੍ਰਚਾਰ ਕੇਂਦਰ ਬਣਾ ਆਏ ਸਨ। ਹੁਣ ਗੁਰੂ ਹਰਗੋਬਿੰਦ ਸਾਹਿਬ ਉਸ ਆਰੰਭੇ ਉਦਮ ਵਿੱਚ ਵਧੀਕ ਜਿੰਦ ਪਾਣ ਨਹੀਂ ਦੁਆਬੇ ਮਾਲਵੇ ਵਿੱਚ ਚੱਲ ਪਏ। ਇਹ ਜ਼ਿਕਰ ਸਨ 1612 ਤੇ 13 ਦਾ ਹੈ। ਪੈਂਦੇ ਖਾਂ ਦੁਆਬੇ ਦੇ ਪਿੰਡ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਪਹੁੰਚੇ। ਪਹਿਲਾਂ ਤਾਂ ਪਰਦੇਸੀ ਹਕੂਮਤ ਦਾ ਹਿੰਦ ਵਾਸੀਆਂ ਉੱਤੇ ਇਤਨਾ ਦਬਾਅ ਸੀ ਕਿ ਕੋਈ ਉਭਾ ਸਰ ਨਹੀਂ ਸੀ ਸਕਦਾ, ਪਰ 5 ਪੀੜ੍ਹੀਆਂ ਤੋਂ ਹੋ ਰਹੇ ਮਨੁੱਖਤਾ ਦੇ ਪ੍ਰਚਾਰ ਨੇ ਲੋਕਾਂ ਵਿੱਚ ਜਿੰਦ ਪਾ ਦਿੱਤੀ। ਜਿੱਥੇ ਜਿੱਥੇ ਸਤਿਗੁਰੂ ਜੀ ਆਪਣੇ ਸਿੱਖ ਗੱਭਰੂ ਚਾਅ ਨਾਲ ਆਪਾ ਵਾਰੂ ਦਲ ਵਿੱਚ ਭਰਤੀ ਹੁੰਦੇ ਗਏ। ਕਰਤਾਰਪੁਰ ਤੋਂ ਨੇੜੇ ਪਠਾਣਾ ਦਾ ਇੱਕ ਪਿੰਡ ਸੀ ਵੱਡਾ ਮੀਰ। ਕਰਤਾਰਪੁਰ ਦੇ ਨੇੜੇ ਇੱਕ ਪਿੰਡ ਹੈ ਪਠਾਣਾ ਦਾ, ਜਿਹਦਾ ਨਾਂ ਹੈਗਾ ਵੱਡਾ ਮੀਰ ਪਿੰਡ ਹੈਗਾ। ਤੇ ਇਹ ਬੜਾ ਪ੍ਰਸਿੱਧ ਪਿੰਡ ਸੀਗਾ ਪਠਾਣਾ ਦਾ, ਜੋ ਵੱਡਾ ਮੀਰ ਪਿੰਡ ਹੈਗਾ। ਉੱਥੋਂ ਦੇ ਕਈ ਪਠਾਨ ਗੱਭਰੂ ਵੀ ਸਤਿਗੁਰੂ ਜੀ ਪਾਸ ਫੌਜੀ ਨੌਕਰੀ ਲਈ ਭਰਤੀ ਹੋ ਗਏ। ਉਹਨਾਂ ਵਿੱਚੋਂ ਸਿਰ ਕੱਢ ਗੱਭਰੂ ਪੈਂਦੇ ਖਾਂ ਸੀ। ਇਹ ਬਹੁਤ ਛੋਟੀ ਉਮਰ ਵਿੱਚ, ਕਈਆਂ ਨੇ ਲਿਖਿਆ 9 ਸਾਲ ਦਾ ਇਹ ਗੁਰੂ ਘਰ ਦੇ ਵਿੱਚ ਆਇਆ ਸੀਗਾ। ਸੋ ਇਹ ਵੀ ਆਇਆ ਨੌਕਰੀ ਵਾਸਤੇ। ਉਹਨਾਂ ਵਿੱਚੋਂ ਸਿਰ ਕੱਢ ਪੈਂਦੇ ਖਾਂ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਪਾਰਖੂ ਅੱਖ ਨੇ ਤੁਰੰਤ ਪਹਿਚਾਣ ਲਿਆ ਕਿ ਇਹ ਗੱਭਰੂ ਹੋਣਹਾਰ ਨਿਕਲੇਗਾ। ਉਸੇ ਦਿਨ ਤੋਂ ਉਸ ਵੱਲ ਖਾਸ ਮਿਹਰ ਦੀ ਨਿਗਾਹ ਰੱਖਣ ਲੱਗ ਪਏ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਨੇ ਕਿ ਪੈਂਦੇ ਖਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਗਰ ਆਲਮਪੁਰ ਦੇ ਰਹਿਣ ਵਾਲਾ ਸੀ। ਇਸ ਦੇ ਪਿਓ ਦਾ ਨਾਮ ਫਤਿਹ ਖਾਂ ਸੀ। ਪਿੰਡ ਵੱਡੇ ਮੀਰ ਇਸ ਦੇ ਨਾਨਕੇ ਸਨ। ਇੱਥੇ ਹੀ ਰਹਿੰਦਾ ਸੀ। ਡਰੋਲੀ ਜ਼ਿਲ੍ਹਾ, ਇਹ ਅਸਲ ਵਿੱਚ ਕੀ ਸੀ, ਇਹਦੇ ਮਾਪੇ ਮੇਰੇ ਖਿਆਲ 'ਚ ਪੂਰੇ ਹੋ ਗਏ ਸੀਗੇ ਇੱਕ ਥਾਂ ਤੋਂ ਮੈਂ ਪੜ੍ਹਿਆ। ਫਿਰ ਇਹ ਆਪਣੇ ਨਾਨਕੇ ਪਿੰਡ ਆ ਕੇ ਰਹਿਣ ਲੱਗ ਪਿਆ ਸੀਗਾ। ਤੇ ਉਸ ਤੋਂ ਬਾਅਦ ਇਹ ਗੁਰੂ ਸਾਹਿਬ ਜੀ ਦੇ ਕੋਲ, ਗੁਰੂ ਸਾਹਿਬ ਨੇ ਇਹਨੂੰ ਆਪਣੇ ਕੋਲ ਹੀ ਥਾਂ ਦਿੱਤੀ ਤੇ ਗੁਰੂ ਸਾਹਿਬ ਦੇ ਕੋਲ ਇਹ ਰਿਹਾ। ਫਿਰ ਇਹਦੀ ਪਰਵਰਿਸ਼ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ। ਔਰ ਇਤਿਹਾਸਕਾਰ ਕਹਿੰਦੇ ਨੇ ਵੀ ਜਿਵੇਂ ਮਾਂ ਆਪਣੇ ਪੁੱਤ ਨੂੰ ਪਾਲਦੀ ਹੈ, ਇਸ ਤਰ੍ਹਾਂ ਬਦਾਮ ਕੁੱਟ-ਕੁੱਟ ਕੇ ਭਿਉਂ ਕੇ ਇਹਨੂੰ ਖਵਾਏ ਸਨ। ਬਹੁਤ ਤਕੜਾ ਬਲਸ਼ਾਲੀ ਯੋਧਾ ਇਸ ਨੂੰ ਬਣਾਇਆ ਸੀ ਗੁਰੂ ਸਾਹਿਬ ਨੇ। ਦੁਆਬੇ ਵਿੱਚੋਂ ਦੀ ਲੰਘ ਕੇ ਸਤਿਗੁਰੂ ਜੀ ਮਾਲਵੇ ਵਿੱਚ ਗਏ। ਦੁਆਬੇ ਵਾਂਗ ਮਾਲਵੇ ਵਿੱਚ ਵੀ ਲੋਕ ਸਖੀ ਸਰਵਰ ਦੇ ਰਸੂਖ ਹੇਠ ਸਨ। ਪਿੰਡ ਪਿੰਡ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਪਹੁੰਚੇ। ਡਰੋਲੀ ਜੋ ਫਿਰੋਜ਼ਪੁਰ ਤਹਿਸੀਲ ਮੋਗਾ ਵਿੱਚ ਹੈ, ਰੇਲਵੇ ਸਟੇਸ਼ਨ ਡਗਰੂ ਤੇ 1.5 ਮੀਲ ਦੱਖਣ ਪਾਸੇ ਵੱਲ ਹੈ। ਹੋ ਸਕਦਾ ਤੁਸੀਂ ਉੱਥੇ ਕਈ ਗਏ ਹੋਵੋਗੇ। ਉੱਥੇ ਅੱਜ ਕੱਲ੍ਹ ਇਤਿਹਾਸਿਕ ਗੁਰਦੁਆਰੇ ਵੀ ਨੇ। ਸਤਿਗੁਰੂ ਜੀ ਦਾ ਸਾਂਢੂ ਭਾਈ ਸਾਈਂ ਦਾਸ ਇੱਥੇ ਰਹਿੰਦਾ ਸੀਗਾ। ਸਤਿਗੁਰੂ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਦਾ ਜਨਮ ਇੱਥੇ ਹੀ ਸਨ 1630 ਵਿੱਚ ਹੋਇਆ ਹੈ। ਕੱਤਕ ਸੁਦੀ 15 ਸੰਮਤ 1770 ਵਿੱਚ ਅਨੇਕਾਂ ਹਿੰਦੂ ਘਰਾਣੇ ਜੋ ਸਰਵਰੀਏ ਬਣ ਚੁੱਕੇ ਸਨ, ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਬਣੇ। ਸਿੱਖ ਇਤਿਹਾਸ ਨੇ ਉਸ ਸ਼੍ਰੇਣੀ ਵਿੱਚ ਭਾਈ ਸਾਧੂ ਦਾ ਨਾਮ ਬੜਾ ਉੱਘਾ ਕਰਕੇ ਲਿਖਿਆ ਹੈ। ਭਾਈ ਸਾਧੂ ਦਾ ਪਿਓ ਚੌਧਰੀ ਸੱਦਾ ਨਾਭਾ ਨਿਆਸਤ ਦੇ ਪਿੰਡ ਤੁਕਲਾਣੀ ਦਾ ਰਹਿਣ ਵਾਲਾ ਸੀ। ਸੱਦਾ ਸਖੀ ਸਰਵਰੀਆਂ ਦਾ ਮੁਰੀਦ ਸੀ। ਸਾਧੂ ਦਾ ਸਾਕ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਵੱਡਾ ਘਰ ਵਿੱਚ ਗੁਰੂ ਘਰ ਦੇ ਇੱਕ ਆਕਲ ਦੇ ਘਰ ਹੋਇਆ ਸੀ, ਜਿਹਨੂੰ ਆਕਲ ਦਾਸ ਵੀ ਕਿਹਾ ਜਾਂਦਾ ਹੈ। ਸਾਕ ਕਰਨ ਵੇਲੇ ਭਾਈ ਆਕਲ ਨੂੰ ਪਤਾ ਲੱਗ ਸਕਿਆ ਕਿ ਮੇਰਾ ਕੁੜਮ ਸਰਵਰੀਆ ਹੈ। ਜਿਨੀ ਦਿਨੀ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਆਏ ਹੋਏ ਸਨ, ਉਨੀ ਦਿਨੀ ਸੱਦਾ ਆਪਣੇ ਪੁੱਤਰ ਸਾਧੂ ਨੂੰ ਵਿਆਹੁਣ ਆਇਆ ਸੀ। ਮੁੜਦੀ ਵਾਰੀ ਜੰਝ ਡਰੋਲੀ ਦੇ ਰਸਤੇ ਲੰਗੀ।
ਸਾਧੂ ਨੂੰ ਮੌਕਾ ਮਿਲ ਗਿਆ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ। ਵੋਟੀ ਤਾਂ ਅੱਗੇ ਹੀ ਗੁਰੂ ਘਰ ਵਿੱਚ ਸ਼ਰਧਾ ਰੱਖਦੀ ਸੀ, ਸਾਧੂ ਵੀ ਸਿੱਖ ਬਣ ਗਿਆ। ਇਹ ਜ਼ਿਕਰ ਸਨ 1630 ਦਾ ਹੈ। ਸਾਧੂ ਦੇ ਘਰ ਸਨ 1614 ਵਿੱਚ ਪੁੱਤਰ ਜਨਮਿਆ, ਜਿਸ ਦਾ ਨਾਮ ਉਸਨੇ ਰੂਪਾ ਰੱਖਿਆ, ਇਹ ਰੂਪ ਚੰਦ। 2.5-3 ਸਾਲ ਮਾਲਵੇ ਦੁਆਬੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਕੇ ਸਤਿਗੁਰੂ ਜੀ ਸਨ 1615 ਵਿੱਚ ਮੁੜ ਅੰਮ੍ਰਿਤਸਰ ਵਾਪਸ ਆ ਗਏ। ਅੰਮ੍ਰਿਤਸਰ ਬੀਬੀ ਵੀਰੋ ਜੀ ਦਾ ਜਨਮ 1615 ਵਿੱਚ ਹੁੰਦਾ ਹੈ। ਨੋਟ ਕਰ ਲੈਣਾ ਕਿ ਇਹ ਜਿਹੜੇ ਸਾਧੂ ਦੀ ਚਰਚਾ ਚੱਲ ਰਹੀ ਹੈ ਨਾ, ਭਾਈ ਸਾਧੂ ਦੀ, ਇਹ ਬੜੀ ਅਹਿਮ ਹੈ। ਇਹ ਬੱਚੀ ਗੁਰੂ ਘਰ ਦੇ ਵਿੱਚ ਸੇਵਕ ਸੀ, ਗੁਰੂ ਘਰ ਦੀ ਮੰਨਣ ਵਾਲੀ ਸੀ, ਪਰ ਪਹਿਲਾਂ ਲਾਗੀ ਵਿਆਹ ਕਰਦੇ ਹੁੰਦੇ ਸੀ, ਰਿਸ਼ਤੇ ਠਹਿਰਾਉਂਦੇ ਹੁੰਦੇ ਸੀ, ਤੇ ਉਹ ਰਿਸ਼ਤਾ ਕਰ ਆਏ। ਇਹਨੂੰ ਪਤਾ ਲੱਗਿਆ, ਇਸਨੇ ਆਪਣੇ ਪਿਓ ਦੇ ਆਖੇ ਨੂੰ ਮੋੜਿਆ ਨਹੀਂ, ਚੁੱਪ ਰਹੀ, ਪਰ ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ ਕਿ ਸੱਚੇ ਪਾਤਸ਼ਾਹ ਮੇਰੀ ਕਿਵੇਂ ਨਿਭੇਗੀ। ਸੋ ਇੱਥੋਂ ਇਸ ਇਤਿਹਾਸ ਤੋਂ ਬੜੀਆਂ ਸਾਰੀਆਂ ਸਾਨੂੰ ਬਰੀਕ ਗੱਲਾਂ ਪਤਾ ਲੱਗਦੀਆਂ ਹੈਗੀਆਂ ਕਿ ਉਹ ਬੱਚੀ, ਜਦੋਂ ਅਸੀਂ ਸੱਚੇ ਦਿਲ ਨਾਲ ਆਪਣੇ ਗੁਰੂ ਨੂੰ ਯਾਦ ਕਰਦੇ ਹਾਂ ਤੇ ਗੁਰੂ ਬਹੁੜੀ ਜ਼ਰੂਰ ਕਰਦਾ ਹੈਗਾ। ਉਹ ਬੱਚੀ ਅਰਦਾਸਾਂ ਕਰੀ ਜਾਏ, ਸੱਚੇ ਪਾਤਸ਼ਾਹ ਮੈਂ ਸਰਵਰੀਆਂ ਦੇ ਘਰ ਕਿਵੇਂ ਗੁਜ਼ਾਰਾ ਕਰਾਂਗੀ, ਕਿਵੇਂ ਰਵਾਂਗੀ, ਬਈ ਖਾਣ ਪੀਣ ਉਹਨਾਂ ਦਾ ਵੱਖਰਾ, ਰਹਿਣ ਸਹਿਣ ਉਹਨਾਂ ਦਾ ਵੱਖਰਾ, ਧਾਰਮਿਕ ਕੰਮ ਉਹਨਾਂ ਦੇ ਵੱਖਰੇ। ਅੱਜ ਸਾਡੀਆਂ ਬੱਚੀਆਂ ਵੀ ਕਈ ਵਾਰ ਐਸਾ ਹੋ ਜਾਂਦਾ ਹੈ ਕਿ ਅੱਜ ਸਾਡੇ ਨਾਲ ਤਾਂ ਹੋਰ ਵੀ ਜ਼ਿਆਦਾ ਧੋਖਾ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਵੀ ਬੜਾ ਗੁਰਸਿੱਖ ਪਰਿਵਾਰ ਹੈ, ਉੱਪਰੋਂ ਬੜਾ ਅਸੀਂ ਦੇਖਦੇ ਹੈਗੇ ਆ, ਤੇ ਉਸ ਤੋਂ ਬਾਅਦ ਜਦੋਂ ਬੱਚੀ ਉਹਨਾਂ ਦੇ ਘਰ ਜਾ ਕੇ ਰਹਿੰਦੀ ਹੈ, ਫਿਰ ਪਤਾ ਲੱਗਦਾ ਅਗਲੇ ਨਿਤਨੇਮ ਵੀ ਨਹੀਂ ਕਰਦੇ ਹੁੰਦੇ। ਕਈ ਵਾਰ ਪਤਾ ਲੱਗਿਆ ਵੀ ਉਹਨਾਂ ਦੇ ਘਰ ਤਾਂ ਕੋਈ ਜਿਹੜਾ ਹੈ ਉਹ ਸਹਿਜ ਪਾਠ ਕਰਨ ਵਾਲਾ ਵੀ ਨਹੀਂ ਹੈ। ਸੋ ਬੱਚੀ ਨੂੰ ਬੜਾ ਧੱਕਾ ਲੱਗਦਾ ਹੈਗਾ। ਫਿਰ ਉਹ ਸਾਰੀਆਂ ਗੱਲਾਂ ਖੁੱਲਦੀਆਂ ਹੁੰਦੀਆਂ। ਸੋ ਇੱਥੋਂ ਸਿੱਖਣ ਦੀ ਲੋੜ ਹੈ ਕਿ ਬੱਚੀ ਨੂੰ ਅਰਦਾਸ ਜਿਹੜਾ ਕਰਨੀ ਚਾਹੀਦੀ। ਉਸਨੇ ਅਰਦਾਸ ਕੀਤੀ ਔਰ ਇੰਨੇ ਸੱਚੇ ਮਨ ਨਾਲ ਅਰਦਾਸ ਕੀਤੀ ਕਿ ਦੇਖੋ ਤੁਸੀਂ ਕਿ ਗੁਰੂ ਸਾਹਿਬ ਜੀ ਉਨੀ ਦਿਨੀ ਡਰੋਲੀ ਰੁਕੇ ਹੋਏ ਨੇ, ਤੇ ਕਹਿੰਦੇ ਵੀ ਰਸਤੇ ਵਿੱਚ ਹੀ ਦਰਸ਼ਨ ਕਰਨ ਵਾਸਤੇ ਤੁਰ ਪਈ। ਵੀ ਉਹਨੂੰ ਪਤਾ ਸੀ, ਪਤਾ ਨਹੀਂ ਸਰਵਰੀਏ ਮੁੜ ਕੇ ਮੈਂ ਉਹਨਾਂ ਦੇ ਘਰ ਵਿਆਹਣ ਗਈ, ਵਿਆਹ ਕੇ ਚਲੀ ਗਈ ਤੇ ਮੁੜ ਕੇ ਦਰਸ਼ਨ ਵੀ ਕਰਾਉਣਗੇ ਕਿ ਨਹੀਂ ਕਰਾਉਣਗੇ ਗੁਰੂ ਦੇ, ਖਬਰੇ ਪਤਾ ਨਹੀਂ ਕਿਸ ਤਰ੍ਹਾਂ ਦਾ ਪਰਿਵਾਰ ਹੈਗਾ, ਕੋਈ ਲੈ ਕੇ ਵੀ ਜਾਏਗਾ ਗੁਰੂ ਕੋਲ, ਨਹੀਂ ਲੈ ਕੇ ਜਾਏਗਾ। ਸੋ ਸੱਚੇ ਪਾਤਸ਼ਾਹ ਦੇ ਆਪ ਦਰਸ਼ਨ ਕੀਤੇ। ਮੁੜ ਕੇ ਇਹਦਾ ਜਿਹੜਾ ਪਤੀ ਸੀ ਉਹ ਵੀ ਨਾਲ ਹੀ ਬੈਠਾ ਸੀ ਡੋਲੀ ਦੇ ਵਿੱਚ, ਉਹ ਵੀ ਥੋੜਾ ਚਿਰ ਵੇਟ ਕਰਕੇ ਫਿਰ ਉਹ ਵੀ ਗਿਆ ਗੁਰੂ ਸਾਹਿਬ ਦੇ ਦਰਸ਼ਨ ਕਰਨ। ਤੇ ਗੁਰੂ ਸਾਹਿਬ ਦੇ ਦਰਸ਼ਨਾਂ ਵਿੱਚ ਤਾਂ ਇੰਨੀ ਖਿੱਚ ਹੈ ਕਿ ਜਿਹੜਾ ਇੱਕ ਵਾਰ ਸਤਿਗੁਰੂ ਦੇ ਦਰਸ਼ਨ ਕਰ ਲਵੇ ਉਹ ਨਿਹਾਲ ਹੋ ਜਾਂਦਾ। ਬੱਚਾ ਵੀ ਜਿਹੜਾ ਹੈ ਉਹ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨਾ ਉਸਨੇ, ਤਾਂ ਉਹ ਗੁਰੂ ਪਾਤਸ਼ਾਹ ਵੱਲ ਖਿੱਚਿਆ ਗਿਆ ਤੇ ਉਹਨੇ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕੀਤੀ। ਸੱਚ ਇਹ ਹੈ ਕਿ ਇਹ ਭਾਈ ਸਾਧੂ ਦੇ ਘਰ, ਇਸ ਬੱਚੀ ਦੇ ਘਰ ਫਿਰ ਅੱਗੇ ਭਾਈ ਰੂਪਾ ਜਨਮ ਲੈਂਦਾ ਹੈ। ਤੇ ਜਿਹੜੀਆਂ ਇਤਿਹਾਸ ਦੀਆਂ ਅਸੀਂ ਸਾਖੀਆਂ ਪੜ੍ਹਦੇ ਹਾਂ ਨਾ, ਗੁਰੂ ਸਾਹਿਬ ਜੀ ਦੇ ਪਿਆਰ ਦੀਆਂ, ਅੱਗੇ ਚੱਲ ਕੇ ਅਸੀਂ ਪੜਾਂਗੇ, ਦੇਖਾਂਗੇ। ਤੇ ਇਹ ਭਾਈ ਰੂਪਾ ਤੇ ਭਾਈ ਸਾਧੂ ਜਦੋਂ ਕਣਕ ਦੀ ਵਾਢੀ ਕਰਦੇ ਨੇ ਨਾ, ਤੇ ਇਹ ਤੂਤ ਦੇ ਬੂਟੇ ਹੇਠ ਆਪਣਾ ਪਾਣੀ ਦਾ ਘੜਾ ਰੱਖਦੇ ਨੇ, ਠੰਡੇ ਪਾਣੀ ਦਾ, ਸੀਤਲ ਪਾਣੀ ਦਾ, ਸੀਤਲ ਜਲ ਦਾ। ਤੇ ਕਣਕ ਦੀ ਵਾਢੀ ਕਰਦੇ ਕਰਦੇ ਤ੍ਰੇਹ ਲੱਗਦੀ ਹੈ ਤੇ ਉੱਥੇ ਜਾਂਦੇ ਨੇ ਘੜੇ ਦੇ ਕੋਲ। ਤੇ ਭਾਈ ਸਾਧੂ ਭਾਈ ਰੂਪਾ ਦੇਖਦੇ ਨੇ ਵੀ ਘੜਾ ਬਹੁਤ ਠੰਡਾ ਹੈ। ਅੱਜ ਸਾਨੂੰ ਆਮ ਗੱਲ ਲੱਗਦੀ ਹੈ, ਸਾਡੇ ਘਰਾਂ ਵਿੱਚ ਫਰਿੱਜਾਂ ਹੈਗੀਆਂ, ਵਾਟਰ ਕੂਲਰ ਹੈਗੇ ਆ, ਹੋਰ ਬੜੇ ਸਾਧਨ ਨੇ, ਪਰ ਉਸ ਜ਼ਮਾਨੇ ਦੇ ਵਿੱਚ ਜਿਹੜਾ ਇੱਕੋ ਹੀ ਸਾਧਨ ਹੁੰਦਾ ਸੀ, ਪਾਣੀ ਦਾ ਘੜਾ, ਠੰਡੇ ਸੀਤਲ ਜਲ ਦਾ। ਔਰ ਅੱਜ ਵੀ ਤੁਸੀਂ ਦੇਖ ਲਓ ਵੀ ਘੜੇ ਦਾ ਪਾਣੀ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ, ਸਭ ਤੋਂ ਚੰਗਾ ਮੰਨਿਆ ਜਾਂਦਾ ਹੈਗਾ। ਤੇ ਉਸ ਵੇਲੇ ਫਿਰ ਉਹ ਜਦੋਂ ਪਾਣੀ ਪੀਣ ਗਏ ਤੇ ਉਹਨਾਂ ਨੇ ਕਿਹਾ ਵੀ ਸੱਚੇ ਪਾਤਸ਼ਾਹ ਕਿੰਨਾ ਚੰਗਾ ਹੋਵੇ ਜੇ ਇਸ ਘੜੇ ਵਿੱਚੋਂ ਠੰਡਾ ਤੇ ਸੀਤਲ ਪਾਣੀ ਪਹਿਲਾਂ ਤੁਸੀਂ ਛਕੋ। ਨਵਾਂ ਘੜਾ ਸੀ। ਅਰਦਾਸ ਬੇਨਤੀ ਕੀਤੀ, ਆਪਣੇ ਪਾਤਸ਼ਾਹ ਨੂੰ ਯਾਦ ਕੀਤਾ, ਚੇਤੇ ਕੀਤਾ। ਉਹਨਾਂ ਦਿਨਾਂ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਸੀ। ਜਦੇ ਸਤਿਗੁਰੂ ਪਾਤਸ਼ਾਹ ਉੱਥੇ ਪੁੱਜੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਕਿਹਾ ਵੀ ਸਿੱਖਾ ਵੀ ਪਾਣੀ ਦੀ ਤ੍ਰੇਹ ਬਹੁਤ ਲੱਗੀ ਹੈ, ਪਿਆਸ ਲੱਗੀ ਸੀ, ਪਾਣੀ ਪੀਣਾ, ਜਲ ਛਕਣਾ ਹੈ। ਸੋ ਭਾਈ ਰੂਪੇ ਨੇ, ਸਾਧੂ ਨੇ ਛਕਾਏ। ਇਹ ਦਿਲਾਂ ਦੀਆਂ ਭਾਵਨਾ ਹੈਗੀਆਂ ਕਿ ਆਪਣੇ ਸਤਿਗੁਰੂ ਦੇ ਸੱਚੇ ਪ੍ਰਤੀ ਪਿਆਰ ਹੈਗਾ। ਜਦੋਂ ਅਸੀਂ ਆਪਣੇ ਗੁਰਦੇਵ ਨੂੰ ਯਾਦ ਕਰਦੇ ਹਾਂ ਨਾ, ਤਾਂ ਗੁਰੂ ਜ਼ਰੂਰ ਜਿਹੜਾ ਹੈ ਉਹ ਬਹੁੜੀ ਕਰਦਾ ਹੈ ਤੇ ਗੁਰੂ ਹਮੇਸ਼ਾ ਹਾਜ਼ਰ ਨਾਜ਼ਰ ਹੈ। ਅਸੀਂ ਪੜ੍ਹਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਤੋਂ ਮੰਨਣ ਵਾਲਾ ਹੋਣਾ ਚਾਹੀਦਾ ਕਿ ਗੁਰੂ ਸਾਡੇ ਅੰਗ ਸੰਗ ਹੈਗਾ, ਸਦਾ ਨਾਲ ਹੈਗਾ।
ਅਸੀਂ ਗੁਰਬਾਣੀ ਦੇ ਵਿੱਚ ਜੋ ਪ੍ਰਭੂ ਬਾਰੇ ਪੜ੍ਹਦੇ ਆ ਨਾ ਕਿ ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਇਸੇ ਤਰ੍ਹਾਂ ਗੁਰੂ ਹੈ। ਗੁਰੂ ਵੀ ਅੰਗ ਸੰਗ ਹੈ ਤੇ ਪ੍ਰਮਾਤਮਾ ਵੀ ਅੰਗ ਸੰਗ ਹੈ। ਸੋ ਗੁਰੂ ਸਵਾਰਿਓ, ਇਸ ਪਾਸੇ ਤੋਂ ਫਿਰ ਗੁਰੂ ਪਾਤਸ਼ਾਹ ਕਸ਼ਮੀਰ ਜਾਂਦੇ ਨੇ। ਬੀਬੀ ਵੀਰੋ ਜੀ ਦਾ, ਗੁਰੂ ਸਾਹਿਬ ਜੀ ਦੇ ਘਰ ਇੱਕ ਧੀ ਦਾ ਜਨਮ ਹੁੰਦਾ ਹੈ 1615 ਦੇ ਵਿੱਚ। ਔਰ ਨੋਟ ਕਰ ਲੈਣਾ, ਕਈ ਇਤਿਹਾਸਕਾਰ ਔਰ ਕਈ ਪ੍ਰਚਾਰਕ ਕਾਲ ਦੇ ਵਿੱਚ ਮੇਰੇ ਵਰਗੇ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕ ਰਿਹਾ, ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਬੱਚਿਆਂ ਦਾ ਜ਼ਿਕਰ ਕਰਦੇ ਨੇ ਨਾ ਤੇ ਉਹ ਇੰਜ ਕਰਦੇ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਤੇ ਬੀਬੀ ਵੀਰੋ, ਇਸ ਤਰ੍ਹਾਂ ਹੀ ਕਰਦੇ ਨਾ ਅਖੀਰ ਵਿੱਚ। ਪਰ ਚੇਤੇ ਰੱਖੋ, ਬੀਬੀ ਵੀਰੋ ਜੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਬਰਥ ਹੈ ਉਹ 1621 ਦਾ, ਤੇ ਇੱਥੇ ਬੀਬੀ ਵੀਰੋ ਜੀ ਦਾ ਜਿਹੜਾ ਬਰਥ ਹੈ ਉਹ 1615 ਦਾ ਹੈਗਾ। ਨੋਟ ਕਰ ਲੈਣਾ। ਕਸ਼ਮੀਰ ਜਾਣਾ। ਦੂਜੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਰਾਵੀ ਦੇ ਕੰਢੇ ਵਸਾਏ ਕਰਤਾਰਪੁਰ ਤੋਂ ਸਨ 1517 ਵਿੱਚ ਚੱਲ ਕੇ ਸਾਲ ਦੇ ਕਰੀਬ ਕਸ਼ਮੀਰ ਵਿੱਚ ਰਹੇ ਸਨ। ਹਿਮਾਲੇ ਪਰਬਤ ਦੀਆਂ ਗੁਫਾਵਾਂ ਤੱਕ ਪਹੁੰਚ ਕੇ ਸਮਾਧੀਆਂ ਵਿੱਚ ਮਸਤ ਜੋਗੀਆਂ ਨੂੰ ਵੀ ਮਿਲੇ ਸਨ ਅਤੇ ਕਸ਼ਮੀਰ ਵਾਪਸੀ ਆਮ ਲੋਕਾਂ ਤੱਕ ਵੀ ਪਹੁੰਚੇ ਸਨ। ਕਸ਼ਮੀਰੀ ਪੰਡਤਾਂ ਦੀ ਵਿਦਵਤਾ ਦੀ ਚਰਚਾ ਭਾਰਤ ਵਿੱਚ ਦੂਰ ਦੂਰ ਤੱਕ ਸੀ। ਵਰਨ ਖੰਡ ਦੇ ਸਭ ਤੋਂ ਵਧੇਰੇ ਹਾਮੀ ਇਹੀ ਲੋਕ ਹੋਏ ਹਨ। ਇਸ ਦਾ ਭਾਰ ਪੈਂਦਾ ਹੈ ਉਹਨਾਂ ਲੋਕਾਂ ਉੱਤੇ ਜਿਨ੍ਹਾਂ ਨੂੰ ਬ੍ਰਾਹਮਣ ਦੀਆਂ ਸਿਮਰਤੀਆਂ ਨੇ ਸ਼ੂਦਰ ਮਿੱਥ ਰੱਖਿਆ ਹੈ। ਅਨੇਕਾਂ ਘਰਾਣੇ ਗੁਰੂ ਨਾਨਕ ਦੇਵ ਜੀ ਦੇ ਸਿੱਖ ਬਣ ਗਏ। ਬ੍ਰਾਹਮਣ ਜਾਤੀ ਵਿੱਚੋਂ ਵੀ ਪੁੰਛ ਦੇ ਇਲਾਕੇ ਵਿੱਚ ਅਨੇਕਾਂ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ। ਬ੍ਰਾਹਮਣ ਜਾਤੀ ਤੋਂ ਬਣੇ ਸਿੱਖ ਹੀ ਕਸ਼ਮੀਰ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ। ਗੁਰੂ ਨਾਨਕ ਸਾਹਿਬ ਦੀ ਸੰਗਤ ਦਾ ਸਦਕਾ ਕਸ਼ਮੀਰ ਦਾ ਪ੍ਰਸਿੱਧ ਵਿਦਵਾਨ ਪੰਡਿਤ ਬ੍ਰਹਮਦਾਸ ਸਿੱਖ ਬਣਿਆ ਸੀ। ਫਿਰ ਉਹ ਅਤੇ ਉਸ ਦੀ ਸੰਤਾਨ ਕਸ਼ਮੀਰ ਵਿੱਚ ਸਿੱਖ ਧਰਮ ਦੇ ਉੱਘੇ ਪ੍ਰਚਾਰਕ ਸਨ। ਸੋ ਬ੍ਰਹਮਦਾਸ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਦਾ ਹੈ। ਜਿਹੜਾ ਆਸਾ ਕੀ ਵਾਰ ਦਾ ਸ਼ਲੋਕ ਹੈ ਨਾ, ਪੜਪੜ ਗੱਡੀ ਲੱਦੀ ਹੈ, ਪੜਪੜ ਕੁੜੀਆ ਖਾਤ, ਪੜਪੜ ਬੇੜੀ ਪਾਈ ਹੈ, ਉਹ ਬ੍ਰਹਮਦਾਸ ਨਾਲ ਚਰਚਾ ਹੋਈ। ਇਹ ਕਿਤਾਬਾਂ ਦੇ ਗੱਡੇ ਹਰ ਵੇਲੇ ਆਪਣੇ ਨਾਲ ਲੱਦ ਕੇ ਰੱਖਦਾ ਸੀ। ਇਹਦੇ ਨਾਲ ਗੁਰੂ ਸਾਹਿਬ ਜੀ ਦੀ ਚਰਚਾ ਹੁੰਦੀ ਹੈ। ਔਰ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਬ੍ਰਹਮਦਾਸ ਦਾ ਪੋਤਾ ਅਣੂਦਾਸ ਦਾ ਫਿਰ ਅੱਗੇ ਪੜਪੋਤਾ ਸੀਗਾ। ਫਿਰ ਅੱਗੇ ਇਹਨਾਂ ਦੇ ਵੰਸ਼ ਵਿੱਚੋਂ ਹੀ ਕਿਰਪਾ ਰਾਮ ਸੀਗਾ, ਜਿਹੜਾ ਕਿਰਪਾ ਰਾਮ ਕਸ਼ਮੀਰ ਦੇ ਪੰਡਤਾਂ ਦੀ ਅਗਵਾਈ ਕਰਦਾ, 16 ਬ੍ਰਾਹਮਣਾਂ ਦੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਫਰਿਆਦ ਕਰਦਾ, ਉਹ ਬ੍ਰਹਮਦਾਸ ਦਾ ਪੜਪੋਤਾ ਸੀਗਾ ਜੋ ਕਿਰਪਾ ਰਾਮ ਹੈਗਾ। ਸੋ ਕਸ਼ਮੀਰ ਵੀ ਧਰਤੀ ਦਾ ਬਹਿਸਤ ਅਖਵਾਉਂਦਾ ਹੈ। ਮੁਸਲਮਾਨ ਬਾਦਸ਼ਾਹਾਂ ਦੇ ਨਾਲ ਆਏ ਮੁਸਲਮਾਨ ਪੀਰਾਂ ਫਕੀਰਾਂ ਤੋਂ ਇਹ ਇਲਾਕਾ ਕਿਵੇਂ ਲੁਕਿਆ ਰਹਿ ਸਕਦਾ ਸੀ। ਇੱਕ ਪਾਸੇ ਕਸ਼ਮੀਰੀ ਪੰਡਤਾਂ ਦੀ ਵਰਨ ਖੰਡ ਦਾ ਅਸਹਿਜੂਲਾ, ਦੂਜੇ ਪਾਸੇ ਇਸਲਾਮ ਵੱਲੋਂ ਬਰਾਬਰੀ ਦਾ ਸੱਦਾ। ਅਨੇਕਾਂ ਹਿੰਦੂ ਘਰਾਣੇ ਮੁਸਲਮਾਨ ਬਣ ਗਏ ਸਨ। ਅਕਬਰ ਦੇ ਰਾਜ ਸਮੇਂ ਪੰਜਾਬ ਵਿੱਚ ਖਾਸ ਕਰਕੇ ਮਾਝੇ ਵਿੱਚ 3-4 ਸਾਲ ਬੜੀ ਔੜ ਲੱਗੀ ਰਹੀ ਅਤੇ ਭਿਆਨਕ ਕਾਲ ਪੈ ਜਾਣ ਕਰਕੇ ਮੌਸਮੀ ਤਾਪ ਤੇ ਸੀਤਲਾ ਨੇ ਬੜੀ ਤਬਾਹੀ ਮਚਾਈ। ਜਹਾਂਗੀਰ ਦੇ ਰਾਜ ਸਮੇਂ ਇੱਕ ਹੋਰ ਵਿਪਤਾ ਆ ਪਈ। ਸਨ 1616 ਵਿੱਚ ਗਿਲਟੀ ਤਾਪ ਫੁੱਟ ਪਿਆ। ਗਿਲਟੀ ਤਾਪ ਗੱਠਾਂ ਦੀਆਂ ਬਣ ਜਾਂਦੀਆਂ ਸਰੀਰ ਦੇ ਉੱਤੇ, ਗਿਲਟਾਂ ਨਿਕਲ ਆਉਂਦੀਆਂ ਨੇ। ਸੋ 1616 ਵਿੱਚ ਇਹ ਤਾਪ ਆਇਆ। ਸਾਰੇ ਪੰਜਾਬ ਵਿੱਚ ਹੀ ਇਸ ਨੇ ਬੜਾ ਜ਼ੋਰ ਪਾਇਆ। ਸਰਹੰਦ ਦਿੱਲੀ ਤੋਂ ਵੀ ਅਗਾਂਹ ਟੱਪ ਕੇ ਆਗਰੇ ਤੱਕ ਬੜੀ ਤਬਾਹੀ ਮਚੀ। ਇਸ ਮਰੀ ਨੇ ਕਸ਼ਮੀਰ ਦੀ ਸੁੰਦਰ ਧਰਤੀ ਨੂੰ ਵੀ ਨਾ ਛੱਡਿਆ। ਸਨ 1616 ਤੋਂ ਲੈ ਕੇ 1624 ਤੱਕ 8 ਸਾਲ ਕਸ਼ਮੀਰ ਵਿੱਚ ਗਿਲਟੀ ਤਾਪ ਮਾਰ ਕਰਦਾ ਰਿਹਾ। ਕਦੇ ਠੰਡ ਵਰਤ ਜਾਂਦੀ ਸੀ, ਕਦੇ ਫਿਰ ਫੁੱਟ ਪੈਂਦਾ ਸੀਗਾ, ਕਦੇ ਇਹ ਸ਼ਾਂਤ ਹੋ ਜਾਂਦਾ ਬਿਮਾਰੀਆਂ। ਇਸ ਤਰ੍ਹਾਂ ਦੀਆਂ ਮਹਾਂ ਬਿਮਾਰੀਆਂ ਜਿਹੜੀਆਂ ਉਹ ਬਹੁਤ ਘੱਟ ਪੂਰੀ ਤਰ੍ਹਾਂ ਜਾਂਦੀਆਂ ਨੇ ਔਰ ਕਈ ਸਾਲ ਲੱਗ ਜਾਂਦੇ। ਕਦੇ ਆ ਜਾਣਾ ਫਿਰ ਚਲੇ ਜਾਣਾ। 8 ਸਾਲ ਲੱਗ ਗਏ ਸੀ। ਤੇ ਕੀ ਅਸੀਂ ਐਕਸਪੈਕਟ ਕਰਦੇ ਹਾਂ ਵੀ ਜਿਹੜਾ ਕਰੋਨਾ 1-2 ਸਾਲ ਚਲਾ ਜਾਏਗਾ? ਬੜਾ ਔਖਾ ਹੈਗਾ ਇਹ ਕੰਮ। ਤੇ ਸਾਨੂੰ ਸੇਫਟੀ ਵਰਤਣੀ ਚਾਹੀਦੀ ਆ। ਪਤਾ ਨਹੀਂ ਕਿੰਨੇ ਸਾਲ ਲੱਗ ਜਾਣ। ਸੋ ਤਿਆਰੀਆਂ ਕਰਨੀਆਂ ਚਾਹੀਦੀਆਂ ਜੰਗੀ ਪੱਧਰ ਤੇ। ਸੋ ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੇ ਦੁਖੀ ਲੋਕਾਂ ਦੀ ਸਹਾਇਤਾ ਵਾਸਤੇ ਅਤੇ ਹਿੰਦੂਆਂ ਨੂੰ ਪੀਰਾਂ ਫਕੀਰਾਂ ਦੇ ਅਸਰ ਤੋਂ ਬਚਾਉਣ ਲਈ ਸਨ 1616 ਵਿੱਚ
ਉਚੇਚੀਆਂ ਮੰਜ਼ਲਾਂ ਮਾਰ ਕੇ ਉਧਰ ਗਏ। ਦੁਨੀਆ ਦੇ ਸਭ ਰੋਗ ਗਰੀਬਾਂ ਉੱਤੇ ਹੀ ਫੁੱਟ ਪੈਂਦੇ ਹਨ, ਕਿਉਂਕਿ ਪੂਰੀ ਖੁਰਾਕ ਨਾ ਮਿਲਣ ਕਰਕੇ ਗਰੀਬ ਦੇ ਅੰਦਰ ਰੋਗਾਂ ਦਾ ਟਾਕਰਾ ਕਰਨ ਦੀ ਸੱਤਿਆ ਘਟ ਜਾਂਦੀ ਹੈ। ਲਓ ਜੀ, ਇਹ ਅੱਜ ਤੋਂ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੀ ਹੈ ਗੱਲ ਕਿ ਵੀ ਇਹ ਬਿਮਾਰੀਆਂ ਜਿਹੜੀਆਂ ਇਹ ਗਰੀਬਾਂ ਨੂੰ ਜ਼ਿਆਦਾ ਆਉਂਦੀਆਂ ਨੇ, ਜਿਹੜੀਆਂ ਮਹਾ ਬਿਮਾਰੀਆਂ ਹੁੰਦੀਆਂ ਇਹ ਗਰੀਬਾਂ ਦੇ ਅੰਦਰ ਤਾਂ ਭੁੱਖ ਦੇ ਕਾਰਨ ਜਿਹੜਾ ਬਹੁਤ ਸਾਰੇ ਰੋਗ ਆਣ ਕੇ ਘੇਰ ਲੈਂਦੇ ਨੇ। ਤੇ ਹੁਣ ਸਾਨੂੰ ਪਤਾ ਲੱਗਿਆ ਵੀ ਕਰੋਨਾ ਨੇ ਦੱਸਿਆ ਵੀ ਹਿਊਮਿਨਿਟੀ ਕੀ ਹੁੰਦੀ ਹੈ, ਤੇ ਇਹ ਤੇ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਲੋਕਾਂ ਨੇ ਤਾਂ ਹੁਣ ਮਾਡਰਨ ਜ਼ਮਾਨੇ 'ਚ ਆ ਕੇ ਪਤਾ ਲੱਗਿਆ ਵੀ ਜਿਹੜਾ ਹੈ ਉਹ ਤਾਕਤ ਕੀ ਹੁੰਦੀ ਹੈਗੀ ਹੈ ਤੇ ਚੰਗਾ ਖਾਣ ਪੀਣ ਕੀ ਹੁੰਦਾ ਹੈਗਾ। ਗਰੀਬਾਂ ਨੂੰ ਵਿਚਾਰਿਆਂ ਨੂੰ ਕੋਈ ਮਤਲਬ ਹੀ ਨਹੀਂ ਸੀਗਾ ਇਸ ਚੀਜ਼ ਨਾਲ। ਸੋ ਗਰੀਬੀ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਬਿਮਾਰੀ ਹੈ, ਚੇਤੇ ਰੱਖਣਾ। ਗਰੀਬ ਜ਼ਿਆਦਾ ਰਗੜੇ ਜਾਂਦੇ ਸੀ। ਸਤਿਗੁਰੂ ਜੀ ਦੇ ਦੇਸਾਂ ਦੇ ਸੈਂਤਰਾਂ ਤੋਂ ਆ ਰਹੀ ਦਸਵੰਧੀ ਮਾਇਆ ਦੁਖੀ ਕਸ਼ਮੀਰੀਆਂ ਦੀ ਸਹਾਇਤਾ ਵਾਸਤੇ ਵਰਤਣੀ ਸ਼ੁਰੂ ਕਰ ਦਿੱਤੀ ਗਈ। ਅੱਜ ਹੀ ਕਿਸੇ ਦਾ ਮੈਂ ਨਿਊਜ਼ ਵਿੱਚ ਪੜ੍ਹ ਰਿਹਾ ਸੀ ਕਿ ਇੱਕ ਜਿਹੜੀ ਹੀਰੋਇਨ ਹੈ ਕਿ ਕੋਈ ਗਾਇਕ ਹੈ ਪਤਾ ਨਹੀਂ ਕੀ ਹੈ, ਉਹਨੇ ਆਪਣੇ ਘਰ ਹੀ ਬੁਲਾ ਕੇ ਟੀਕਾ ਲਵਾ ਲਿਆ। ਇਹ ਤਾਂ ਹੈ ਅਮੀਰੀ। ਤੇ ਗਰੀਬ ਵਿਚਾਰੇ ਉਹ ਰਜਿਸਟ੍ਰੇਸ਼ਨ ਕਰਾਈ ਫਿਰਦੇ ਨੇ, ਮੇਰੇ ਵਰਗੇ ਤੇ ਹਜੇ ਤੱਕ ਟੀਕਾ ਲੱਗਣ ਦੀ ਉਹਨਾਂ ਦੀ ਵਾਰੀ ਨਹੀਂ ਆਈ ਹੈਗੀ ਹੈ। ਵਾਰੀ ਉੱਥੇ ਜਾ ਕੇ ਵੀ ਲਗਵਾਈਏ ਤਾਂ ਵੀ ਵਾਰੀ ਨਹੀਂ ਆਉਂਦੀ ਹੈਗੀ। ਸੋ ਇਹ ਤਾਂ ਦੁਖਾਂਤ ਹੈ। ਇਹ ਬਿਮਾਰੀਆਂ ਸਮਾਰੀਆਂ ਸਭ ਕੁਝ ਜਿਹੜਾ ਅਮੀਰ ਹੀ ਚੱਲ ਸਕਦਾ, ਗਰੀਬ ਨਹੀਂ ਚੱਲ ਸਕਦਾ ਹੁੰਦਾ। ਗਰੀਬ ਦਾ ਤੇ ਪਾਰ ਬ੍ਰਹਮ ਪਰਮੇਸ਼ਵਰ ਹੀ ਹੈ। ਉੱਤੇ ਬਸ ਇੱਕੋ ਗੱਲ ਕਰੇ ਕਿ ਚੌਂਕੀ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗਿਆ ਨਾ ਭਾਈ। ਸੋ ਇਸ ਦਾ ਨਤੀਜਾ ਇਹ ਨਿਕਲਿਆ ਕਿ ਕਸ਼ਮੀਰੀ ਸਿੱਖਾਂ ਦੀ ਹੌਸਲਾ ਅਫਜ਼ਾਈ ਤੋਂ ਇਲਾਵਾ ਹੋਰ ਅਨੇਕਾਂ ਹਿੰਦੂ ਘਰਾਣੇ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਬਣੇ ਅਤੇ ਮੁਸਲਮਾਨ ਬਣ ਚੁੱਕੇ ਵੀ ਅਨੇਕਾਂ ਹਿੰਦੂ ਇਸਲਾਮ ਛੱਡ ਕੇ ਸਿੱਖ ਬਣ ਗਏ। ਸਿੱਖ ਇਤਿਹਾਸ ਵਿੱਚ ਇੱਕ ਸਿੱਖ ਭਾਈ ਕੱਟੂ ਨਾਮ ਦਾ ਬੜੇ ਪਿਆਰ ਨਾਲ ਲਿਆ ਜਾਂਦਾ ਹੈ। ਇਹ ਮੁਸਲਮਾਨ ਤੋਂ ਹੀ ਸਿੱਖ ਬਣਿਆ ਸੀ। ਸੋ ਇਹ ਸ਼ਾਇਦ ਪਹਿਲੀ ਵਾਰ ਤੁਹਾਨੂੰ ਪਤਾ ਲੱਗੇ। ਭਾਈ ਕੱਟੂ ਦੀਆਂ ਸਾਖੀਆਂ ਸ਼ਹਿਦ ਇਤਿਆਦਿਕ ਵਾਲੀਆਂ ਬੜੀਆਂ ਸਾਰੀਆਂ ਸੁਣੀਆਂ, ਪਰ ਇਹ ਸੱਚ ਹੈ ਕਿ ਇਹ ਪਹਿਲਾਂ ਮੁਸਲਮਾਨ ਸੀ, ਫਿਰ ਬਾਅਦ ਵਿੱਚ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ। ਜਾਂਦੀ ਵਾਰੀ ਸਤਿਗੁਰੂ ਜੀ ਸਿਆਲਕੋਟ ਦੇ ਰਸਤੇ ਗਏ ਸਨ। ਸਿਆਲਕੋਟ ਤੋਂ ਪਰੇ ਇੱਕ ਪਿੰਡ ਚਪਰਨਾਲਾ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਪਾਣੀਹੀਨ ਧਰਤੀ ਦੇ ਲੋਕਾਂ ਤੇ ਸੁੱਖ ਵਾਸਤੇ ਇੱਕ ਸੋਮਾ ਸਰੋਵਰ ਤਿਆਰ ਕਰਵਾਇਆ ਸੀ, ਜਿਸ ਦਾ ਨਾਮ ਗੁਰੂਸਰ ਹੈ। ਸ੍ਰੀਨਗਰ ਤੋਂ ਵਾਪਸੀ ਤੋਂ ਸਤਿਗੁਰੂ ਜੀ ਬਾਰਾਮੂਲੇ ਦੇ ਰਸਤੇ ਗੁਜਰਾਤ, ਵਜ਼ੀਰਾਬਾਦ ਤੇ ਹਾਫਜ਼ਾਬਾਦ ਹੁੰਦੇ ਨਨਕਾਣੇ ਸਾਹਿਬ ਗਏ। ਸੋ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਜਾਂਦੇ ਨੇ ਨਨਕਾਣਾ ਸਾਹਿਬ। ਕਸ਼ਮੀਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਾਣ ਸੰਬੰਧੀ ਕਈ ਇਤਿਹਾਸਕ ਗੁਰਦੁਆਰੇ ਹਨ, ਜਿਨ੍ਹਾਂ ਵਿੱਚੋਂ ਸ੍ਰੀਨਗਰ ਕਾਠੀ ਦਰਵਾਜ਼ੇ ਅਤੇ ਬਾਰਾਮੂਲੇ ਦੇ ਗੁਰਦੁਆਰੇ ਪ੍ਰਸਿੱਧ ਹਨ। ਮੇਰੇ ਖਿਆਲ 'ਚ ਪਹਿਲੇ ਸਤਿਗੁਰੂ ਨੇ ਜੋ ਗੁਰੂ ਨਾਨਕ ਸਾਹਿਬ ਦੇ ਜਨਮ ਸਥਾਨ ਤੇ ਗਏ ਨੇ, ਬਾਕੀ ਗੁਰੂ ਸਾਹਿਬ ਨਹੀਂ ਗਏ। ਜਿਵੇਂ ਅਕਬਰ ਦੇ ਵੇਲੇ ਕਾਲ ਦੇ ਕਾਰਨ ਲਾਹੌਰ ਸ਼ਹਿਰ ਵਿੱਚ ਭੁੱਖ, ਮੌਸਮੀ ਤਾਪ ਅਤੇ ਸੀਤਲਾ ਦੇ ਬਰਬਾਦੀ ਲਿਆਂਦੀ ਸੀ, ਜਿਵੇਂ ਜਹਾਂਗੀਰ ਦੇ ਰਾਜ ਵਿੱਚ ਇੱਕ ਗਿਲਟੀ ਤਾਪ ਨੇ ਵੀ ਲਾਹੌਰ ਨੂੰ ਆ ਘੇਰਿਆ। ਸਨ 1616 ਅਤੇ 1617 ਦੀ ਤਬਾਹੀ ਨੇ ਲਾਹੌਰ ਨਿਵਾਸੀਆਂ ਨੂੰ ਮੁੜ ਸਨ 1598 ਚੇਤੇ ਕਰਾ ਦਿੱਤਾ। ਇਤਿਹਾਸ ਲਿਖਦਾ ਹੈ ਕਿ ਬਹੁਤੀ ਬਰਬਾਦੀ ਹਿੰਦੂ ਜਨਤਾ ਦੀ ਹੋਈ। ਘਰਾਂ ਦੇ ਘਰ ਖਾਲੀ ਹੋ ਗਏ ਸਨ। ਤਵਸਬ ਅਤੇ ਹਕੂਮਤ ਦੇ ਮੱਧ ਵਿੱਚ ਮੱਤੇ ਹਾਕਮਾਂ ਨੇ ਇਹਨਾਂ ਗੁਲਾਮਾਂ ਦੀ ਪਰਵਾਹ ਵੀ ਕਿਉਂ ਕਰਨੀ ਸੀ। ਗੁਰੂ ਹਰਗੋਬਿੰਦ ਸਾਹਿਬ ਮੁੜਦੀ ਪੈਰੀ ਨਨਕਾਣਾ ਸਾਹਿਬ ਤੋਂ ਲਾਹੌਰ ਪਹੁੰਚੇ। ਲਾਹੌਰ ਦੀ ਸਨ 1598 ਦੀ ਬਿਪਤਾ ਵੇਲੇ ਭਾਵੇਂ ਗੁਰੂ ਹਰਗੋਬਿੰਦ ਸਾਹਿਬ 3 ਸਾਲ ਦੇ ਅਣਜਾਣੇ ਬਾਲ ਹੀ ਸਨ, ਪਰ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਪਾਸੋਂ ਫਿਰ ਕਈ ਵਾਰ ਉਸ ਬਿਪਤਾ ਦੀ ਦਰਦ ਕਹਾਣੀ ਸੁਣ ਚੁੱਕੇ ਸਨ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਉਸ ਵੇਲੇ ਗੁਰੂ ਅਰਜਨ ਸਾਹਿਬ ਨੇ ਦੁਖੀਆਂ ਦੀ ਬਾਹ ਫੜਨ ਲਈ ਕੀ ਕੁਝ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਵੀ ਹੁਣ ਉਹੀ ਉਦਮ ਸ਼ੁਰੂ ਕੀਤਾ। ਭਾਈ ਦਰਵਾਜ਼ੇ ਦੇ ਅੰਦਰਵਾਰ ਗੁਰਦੁਆਰਾ ਚੁਮਾਲਾ ਸਾਹਿਬ ਲਾਹੌਰ ਨਿਵਾਸੀਆਂ ਦੀ ਤਦੋਂ ਹੀ ਬਿਪਤਾ ਦੀ ਯਾਦ ਹੀ ਚੇਤੇ ਕਰਦਾ ਹੈ। ਲੋੜ ਅਨੁਸਾਰ ਲਾਹੌਰ ਰਹਿ ਕੇ ਸਤਿਗੁਰੂ ਜੀ ਮਾਝੇ ਦੇ ਪਿੰਡਾਂ ਵਿੱਚੋਂ ਹੁੰਦੇ ਹੋਏ ਸਨ 1618 ਨੂੰ ਅੰਮ੍ਰਿਤਸਰ ਵਾਪਸ ਪਹੁੰਚ ਗਏ। ਅੰਮ੍ਰਿਤਸਰ ਦੀ ਉੱਨਤੀ ਸਿੱਖ ਧਰਮ ਦਾ ਕੇਂਦਰੀ ਸਥਾਨ ਬਣ ਜਾਣ ਕਰਕੇ ਅੰਮ੍ਰਿਤਸਰ ਸ਼ਹਿਰ ਦਿਨੋ ਦਿਨ ਵੱਧਦੀ ਤਰੱਕੀ ਵੱਲ ਸੀਗਾ। ਪੰਜਾਬ ਇੱਕ ਅੱਗੇ ਇੱਕੋ ਹੀ ਵੱਡਾ ਸ਼ਹਿਰ ਸੀ ਲਾਹੌਰ, ਉਹਦੀ ਮਹੱਤਤਾ ਪੰਜਾਬ ਦੀ ਰਾਜਧਾਨੀ ਹੋਣ ਕਰਕੇ ਸੀ। ਹੁਣ ਇਹ ਦੂਜਾ ਸ਼ਹਿਰ ਉਸਦੇ ਟਾਕਰੇ ਤੇ ਵਧਣਾ ਸ਼ੁਰੂ ਹੋਇਆ।
ਸਿੱਖਾਂ ਦੀ ਗਿਣਤੀ ਦੇਸ਼ ਦੇਸ਼ਾਂਤਰਾਂ ਵਿੱਚ ਵੱਧਦੀ ਗਈ। ਉਸੇ ਹਿਸਾਬ ਅੰਮ੍ਰਿਤਸਰ ਵਿੱਚ ਗੁਰੂ ਦਾ ਦਰਸ਼ਨ ਕਰਨ ਆਉਣ ਵਾਲਿਆਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਗਈ। ਆਏ ਗਏ ਸਿੱਖਾਂ ਦੀ ਜਲ ਆਦਿਕ ਦੀ ਲੋੜ ਨੂੰ ਸਾਹਮਣੇ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਹੋਰ ਸਰੋਵਰ ਤਿਆਰ ਕਰਵਾ ਦਿੱਤਾ, ਜਿਸ ਦਾ ਨਾਮ ਵਿਵੇਕ ਸਰ ਰੱਖਿਆ ਗਿਆ। ਇਹ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਾਇਆ। ਇਹ ਸਰੋਵਰ ਹੁਣ ਦਰਵਾਜ਼ਾ ਚਾਟੀ ਪਿੰਡ ਦੇ ਨੇੜੇ ਹੀ ਪਹਾੜ ਪਾਸੇ ਰਾਮਸਰ ਦੇ ਸਾਹਮਣੇ ਹੈ। ਭਾਵੇਂ ਜ਼ਿਕਰ ਸਤਿਗੁਰੂ ਜੀ ਦੇ ਹਰੇਕ ਪ੍ਰਾਣੀ ਮਾਤਰ ਦੀ ਭਲਾਈ ਵਾਸਤੇ ਉਦਮ ਕਰਦੇ ਸਨ, ਇੱਥੋਂ ਤੱਕ ਕਿ ਮੁਸਲਮਾਨਾਂ ਦੇ ਨਮਾਜ਼ ਪੜ੍ਹਨ ਲਈ ਵੀ ਆਪਣੇ ਨਵੇਂ ਵਸਾਏ ਨਗਰਾਂ ਵਿੱਚ ਆਪਣੇ ਵੱਲੋਂ ਹੀ ਮਸੀਤਾਂ ਬਣਵਾਉਣ ਦਾ ਪ੍ਰਬੰਧ ਕਰਦੇ ਸਨ। ਪਰ ਉਹਨਾਂ ਦੀ ਇਹ ਖੁੱਲ੍ਹਦਿਲੀ ਸਭਨਾਂ ਨੂੰ ਚੰਗੀ ਨਹੀਂ ਲੱਗ ਸਕਦੀ ਸੀ। ਬ੍ਰਾਹਮਣ ਇਹ ਪਸੰਦ ਨਹੀਂ ਸੀ ਕਰਦੇ ਕਿ ਸ਼ੂਦਰ ਲੋਕ ਮਨੁੱਖਤਾ ਦੇ ਬਰਾਬਰ ਦੇ ਹੱਕ ਲੈ ਸਕਣ। ਕਾਜ਼ੀਆਂ ਨੂੰ ਇਹ ਗੱਲ ਨਹੀਂ ਸੀ ਭਾਉਂਦੀ ਕਿ ਹਿੰਦੂ ਤੇ ਮੁਸਲਮਾਨ ਹੋਏ ਲੋਕ ਦੀਨ ਛੱਡ ਕੇ ਸਿੱਖ ਬਣ ਜਾਣ। ਸਤਿਗੁਰੂ ਜੀ ਦਾ ਹਰਮਨ ਪਿਆਰਾ ਬਣਨਾ ਇਹ ਸਾਰਿਆਂ ਨੂੰ ਹਕੂਮਤਾਂ ਨੂੰ ਚੁਭਦਾ ਸੀਗਾ, ਕੁਦਰਤੀ ਗੱਲ ਸੀ ਇਹ। ਇਸ ਵਾਸਤੇ ਦੂਰਦਰਸ਼ੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਿਰ ਦੀ ਰੱਖਿਆ ਲਈ ਵੀ ਵਿਚਾਰ ਸ਼ੁਰੂ ਕੀਤੀ। ਪੰਜਾਬ ਦੀ ਰਾਜਧਾਨੀ ਲਾਹੌਰ ਸ਼ਹਿਰ ਅੰਮ੍ਰਿਤਸਰ ਤੋਂ ਸਿਰਫ 30-32 ਮੀਲਾਂ ਦੀ ਵਿੱਥ ਤੇ ਸੀ। ਲਹਿੰਦੇ ਪਾਸੇ ਨੂੰ ਸੁਰੱਖਿਅਤ ਕਰਨ ਲਈ ਸਤਿਗੁਰੂ ਜੀ ਨੇ ਲੋਹਗੜ੍ਹ ਦਾ ਕਿਲਾ ਵੀ ਇੱਕ ਜਿਹੜਾ ਹੈ ਉਹ ਤਿਆਰ ਕਰਵਾ ਦਿੱਤਾ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਲੋਹਗੜ੍ਹ ਦਾ ਕਿਲਾ ਜਿਹੜਾ ਹੈ ਅੰਮ੍ਰਿਤਸਰ ਵਿੱਚ ਤਿਆਰ ਕਰਵਾਇਆ। ਸੋ ਅੱਜ ਅਸੀਂ ਤੀਜਾ ਕਾਂਡ ਜਿਹੜਾ ਹੈ ਉਹ ਪੜ੍ਹਿਆ ਹੈਗਾ ਇਸ ਕਿਤਾਬ ਮੁਤਾਬਕ, ਤੇ ਕੋਸ਼ਿਸ਼ ਕਰਾਂਗੇ ਆਪਾਂ ਹੌਲੀ ਹੌਲੀ ਪੜਾ ਦਰ ਪੜਾ ਅੱਗੇ ਵਧਾਂਗੇ ਜੀ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।